ਸਤਿ ਸ਼੍ਰੀ ਅਕਾਲ ਜੀ। ਚੜ੍ਹਦੀ ਕਲਾ ਟਾਈਮ ਟੀਵੀ ਵੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਸਾਡੇ ਇਸ ਖਾਸ ਪ੍ਰੋਗਰਾਮ ਦੇ ਵਿੱਚ। ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਕਰੋਨਾ ਸੰਕਟ ਦੌਰਾਨ ਵੱਖ-ਵੱਖ ਸਿੱਖ ਸੰਸਥਾਵਾਂ ਜਿਹੜੀਆਂ ਨੇ ਉਹ ਮਦਦ ਲਈ ਅੱਗੇ ਆ ਰਹੀਆਂ ਨੇ। ਲੋੜਵੰਦਾਂ ਤੱਕ ਰਾਸ਼ਨ ਪਹੁੰਚਾਇਆ ਜਾ ਰਿਹਾ ਹੈ। ਇਸ ਲੜੀ ਤਹਿਤ ਹੀ ਗੁਜਰਾਤ ਦੇ ਗਾਂਧੀ ਨਗਰ ਤੋਂ ਵੀ ਸਿੱਖ ਏਡ ਸੰਸਥਾ ਜਿਹੜੀ ਹੈ ਉਹ ਬਹੁਤ ਜ਼ਿਆਦਾ ਲੋੜਵੰਦਾਂ ਦੀ ਸੇਵਾ ਕਰ ਰਹੀ ਹੈ। ਗਰੀਬਾਂ ਲੋੜਵੰਦਾਂ ਨੂੰ ਰਾਸ਼ਨ ਪਹੁੰਚਾ ਰਹੀ ਹੈ ਅਤੇ ਹਰ ਸੰਭਵ ਮਦਦ ਦਾ ਉਪਰਾਲਾ ਵੀ ਕੀਤਾ ਜਾ ਰਿਹਾ ਹੈ। ਸਾਡੇ ਨਾਲ ਅੱਜ ਗਾਂਧੀ ਨਗਰ ਗੁਜਰਾਤ ਤੋਂ ਜੁੜ ਚੁੱਕੇ ਨੇ ਸਿੱਖ ਏਡ ਸੰਸਥਾ ਦੇ ਗੁਰਪ੍ਰੀਤ ਸਿੰਘ ਢਿੱਲੋਂ। ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰ ਲੈਂਦੇ ਹਾਂ। ਸਵਾਗਤ ਹੈ ਜੀ ਤੁਹਾਡਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਭਾਈ ਸਾਹਿਬ, ਜੇ ਅਸੀਂ ਸ਼ੁਰੂਆਤ ਕਰੀਏ ਤਾਂ ਤੁਸੀਂ ਜਿਵੇਂ ਕਿ ਲੋੜਵੰਦਾਂ ਨੂੰ ਰਾਸ਼ਨ ਦੀਆਂ ਕਿੱਟਾਂ ਵੰਡ ਰਹੇ ਹੋ, ਤਾਂ ਇਹਨਾਂ ਦਿਨਾਂ ਦੇ ਵਿੱਚ ਤੁਹਾਨੂੰ ਕਿਵੇਂ ਕੋਈ ਪਹੁੰਚ ਕਰਦਾ ਹੈ ਜਾਂ ਤੁਸੀਂ ਆਪਣੇ ਆਪ ਹੀ ਭਾਲ ਕਰਦੇ ਹੋ ਕਿ ਕਿਹੜੇ ਲੋੜਵੰਦ ਨੇ, ਉਹਨਾਂ ਤੱਕ ਅਸੀਂ ਆਪ ਪਹੁੰਚਦਾ ਕਰੀਏ ਰਾਸ਼ਨ? ਗੁਜਰਾਤ ਦੇ ਵੱਖ-ਵੱਖ ਜਗ੍ਹਾ ਤੇ ਸਲਮ ਏਰੀਆ ਬਣੇ ਹੋਏ ਆ ਤੇ ਅਸੀਂ ਕੋਸ਼ਿਸ਼ ਇਹੀ ਕਰੀਦੀ ਹੈ ਕਿ ਲੋਕੀ ਵੀ ਸਾਨੂੰ ਪਹੁੰਚਣ ਦੀ ਕੋਸ਼ਿਸ਼ ਕਰਦੇ ਆ WhatsApp ਦੇ ਥਰੂ, ਮੈਸੇਜ ਦੇ ਥਰੂ, ਪ੍ਰਸ਼ਾਸਨ ਦੇ ਥਰੂ, ਔਰ ਅਸੀਂ ਵੀ ਵੱਖ-ਵੱਖ ਜਗ੍ਹਾ ਤੇ ਆਪ ਪਹੁੰਚ ਰਹੇ ਹਾਂ। ਜਿਹੜੀਆਂ ਜਗ੍ਹਾ ਦੀ ਸਾਨੂੰ ਜਾਣਕਾਰੀ ਹੈਗੀ ਹੈ ਉੱਥੇ ਹੀ ਆਪ ਆਪਣੇ ਤਰੀਕੇ ਨਾਲ ਪਹੁੰਚ ਰਹੇ ਹਾਂ ਔਰ ਵੱਖ-ਵੱਖ ਜਗ੍ਹਾ ਤੇ ਅਲੱਗ-ਅਲੱਗ ਘਰਾਂ ਦੇ ਵਿੱਚ ਜਾ ਕੇ ਅਸੀਂ ਕਿੱਟਾਂ ਔਰ ਰਾਸ਼ਨ ਰਸਦ ਦਾ ਸਮਾਨ ਪਹੁੰਚਾ ਰਹੇ ਹਾਂ। ਜੀ ਭਾਈ ਸਾਹਿਬ, ਤੁਸੀਂ ਹੁਣ ਤੱਕ ਕਿੰਨੀਆਂ ਰਾਸ਼ਨ ਦੀਆਂ ਕਿੱਟਾਂ ਜਿਹੜੀਆਂ ਲੋੜਵੰਦਾਂ ਨੂੰ ਵੰਡ ਚੁੱਕੇ ਹੋ? ਕਿੰਨੇ ਲੋਕਾਂ ਤੱਕ ਅਪਰੋਕਸੀਮੇਟਲੀ ਤੁਹਾਡੀ ਪਹੁੰਚ ਹੋ ਚੁੱਕੀ ਹੈ? ਇਸ 47,000 ਕਿੱਟਾਂ ਅਸੀਂ ਵੰਡਤੀਆਂ ਭੈਣੇ। 16 kg ਦੀ ਸਾਡੀ ਕਿੱਟ ਹੈ ਜਿਹਦੇ ਵਿੱਚ ਸਾਡੀ ਸੁੱਕੀ ਰਸ਼ਦ ਹੈ, ਨਾਲ ਸਬਜ਼ੀ ਹੈ, ਨਾਲ ਆਲੂ ਪਿਆਜ਼, ਕਾਫੀ ਰਾਸ਼ਨ ਦਾ ਸਮਾਨ, ਤੇਲ ਵਗੈਰਾ ਸਾਰਾ ਕੁਝ ਮਿਲਾ ਕੇ 16 kg ਦੀ ਸਾਡੀ ਕਿੱਟ ਤਿਆਰ ਹੁੰਦੀ ਹੈ। 47,000 ਅਸੀਂ ਆ ਕਿੱਟਾਂ ਵੰਡ ਚੁੱਕੇ ਹਾਂ। ਅਗਰ ਅਨੁਮਾਨ ਲਾਇਆ ਜਾਵੇ ਤੇ 13 ਤੋਂ 14 ਲੱਖ ਲੋਕਾਂ ਤੱਕ ਅਸੀਂ ਅਨਾਜ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਹੈ ਜੇ ਗਿਣਿਆ ਜਾਏ ਜੀ ਭਾਈ ਸਾਹਿਬ, ਆਮ ਤੌਰ ਤੇ ਇਹਨਾਂ ਦਿਨਾਂ ਦੇ ਵਿੱਚ, ਲੋਕਡਾਊਨ ਦੇ ਦਿਨਾਂ ਵਿੱਚ ਤਾਂ ਹਰ ਇੱਕ ਨੂੰ ਆਪਣੇ ਘਰ ਦਾ ਖਰਚਾ ਚਲਾਉਣਾ ਵੀ ਮੁਸ਼ਕਲ ਹੋਇਆ ਪਿਆ। ਸੋ ਇੰਨੀ ਵੱਡੀ ਪੱਧਰ ਤੇ ਤੁਸੀਂ ਸੇਵਾ ਕਾਰਜ ਕਰ ਰਹੇ ਹੋ, ਇਸ ਦੇ ਲਈ ਤੁਹਾਨੂੰ ਕੋਈ ਸੰਸਥਾ ਵੱਲੋਂ ਸਹਿਯੋਗ ਵੀ ਦਿੱਤਾ ਜਾ ਰਿਹਾ, ਕਿਸੇ ਹੋਰ ਸੰਸਥਾ ਵੱਲੋਂ? ਨਹੀਂ, ਸ਼ੁਰੂ ਤੋਂ ਭੈਣਾ ਲੜਾਈ ਅਸੀਂ ਪਿਛਲੇ 5 ਸਾਲ ਤੋਂ ਆਪਣੇ ਪਰਿਵਾਰ ਨੂੰ ਪੂਰਾ ਜੋ ਸਾਡਾ ਕਾਰੋਬਾਰ ਸੀ ਉਹ ਚੋਂ ਅਸੀਂ ਵਾਈਂਡ ਅਪ ਕਰਕੇ ਜਿਹੜੀ ਵੀ ਪੂੰਜੀ ਸਾਡੀ ਸੀਗੀ, ਜੋ ਸਾਡੇ ਪਰਿਵਾਰ ਦਾ, ਕਿਉਂਕਿ ਕਮਾਈ ਤੇ ਪੂਰੇ ਪਰਿਵਾਰ ਦੀ ਹੁੰਦੀ ਹੈ, ਤੇ ਪਰਿਵਾਰ ਕੋ ਵੀ ਅਸੀਂ ਪਰਮਿਸ਼ਨ ਲੈ ਕੇ ਅਸੀਂ ਆਪਣਾ ਅਲੱਗ ਹੀ ਇੱਕ ਕੰਮਕਾਜ ਸ਼ੁਰੂ ਕੀਤਾ ਸੀ, ਆਪਣਾ ਵਪਾਰ ਸ਼ੁਰੂ ਕੀਤਾ ਸੀ। ਉਹ ਚੋਂ ਜਿਹੜੀ ਵੀ ਇਨਕਮ ਆ ਰਹੀ ਸੀਗੀ ਉਹ ਹੁਣ ਪਰਿਵਾਰ ਨੂੰ ਨਾ ਦਿੰਦੇ ਹੋਏ ਸੇਵਾ ਦੇ ਮਗਰ ਅਸੀਂ ਪੂਰੀ ਪੂੰਜੀ ਲਾਤੀ ਸੀਗੀ ਔਰ ਆਉਣ ਵਾਲੇ ਸਮਾਂ 'ਚ ਵੀ ਅਸੀਂ ਇਸੇ ਤਰੀਕੇ ਨਾਲ ਕੰਮ ਕਰਨ ਵਾਲੇ ਹਾਂ। ਜੋ ਸਾਡਾ ਪ੍ਰੋਫੈਸ਼ਨ ਸੀਗਾ ਉਹਨੂੰ ਅਸੀਂ ਪੂਰਾ ਧਰਮ ਨੂੰ ਸਮਰਪਿਤ ਕਰਤਾ ਵਾ। ਜੀ, ਬੜੀ ਚੰਗੀ ਗੱਲ ਹੈ ਜੀ, ਕਿਉਂਕਿ ਅੱਜ ਕੱਲ ਦਾ ਮਨੁੱਖ ਤਾਂ ਬਹੁਤ ਸਵਾਰਥੀ ਹੋਇਆ ਪਿਆ, ਉਸਨੂੰ ਆਪਣੇ ਪਰਿਵਾਰ ਤੋਂ ਬਿਨਾਂ ਹੋਰ ਕੁਝ ਦਿਸਦਾ ਨਹੀਂ। ਤੁਸੀਂ ਆਪਣੇ ਪਰਿਵਾਰ ਦੀ ਪੂੰਜੀ ਜਿਹੜੀ ਹੈ ਉਹ ਲੋਕਾਂ ਤੇ ਇਨਵੈਸਟ ਕਰ ਰਹੇ ਹੋ, ਇਹ ਬਹੁਤ ਚੰਗਾ ਉਪਰਾਲਾ ਹੈ ਤੁਹਾਡਾ। ਚਲੋ, ਇਹ ਤਾਂ ਅਸੀਂ ਫਾਈਨੈਂਸ਼ੀਅਲ ਗੱਲ, ਪਰ ਸਪੋਰਟ ਦੀ ਤਾਂ ਲੋੜ ਹੁੰਦੀ ਹੈ ਜੀ, ਸਹਿਯੋਗ ਦੀ ਲੋੜ ਹੁੰਦੀ ਹੈ। ਫਿਰ ਹੋਰ ਵਲੰਟੀਅਰ ਤੁਹਾਡੇ ਨਾਲ ਕਿਵੇਂ ਜੁੜੇ ਹੋਏ ਨੇ? ਸਹਿਯੋਗ ਦੇ ਵਿੱਚ ਮੇਰੇ ਵੱਡੇ ਵੀਰ ਹੈ ਰੇਸ਼ਮ ਸਿੰਘ, ਉਹ ਗੁਜਰਾਤ ਪੁਲਿਸ ਦੇ ਵਿੱਚ ਹੈ ਔਰ CM ਸਿਕਿਉਰਿਟੀ 'ਚ ਵੀ ਰਹੇ ਆ, ਮੋਦੀ ਸਾਹਿਬ ਦੀ ਸਿਕਿਉਰਿਟੀ 'ਚ ਵੀ ਉਹ ਰਹੇ ਆ, ਤੇ ਉਹ ਪਲ ਪਲ ਬਿਲਕੁਲ ਮੇਰੇ ਨਾਲ ਹਰ ਜਗ੍ਹਾ ਖੜੇ ਰਹਿੰਦੇ ਆ। ਨਾਲ ਹੋਰ 3-4 ਮੁੰਡੇ ਆ ਜਿਹੜੇ ਸਾਨੂੰ ਸੇਵਾ ਨਾਲ ਸਾਡੇ ਨਾਲ ਜੁੜੇ ਰਹਿੰਦੇ ਆ, ਪਰ ਸਭ ਤੋਂ ਵੱਡਾ ਸਹਾਰਾ ਤੇ ਸਾਡੇ ਵੀਰ ਦਾ ਵਾ, ਤੇ ਸਾਡੀ ਵਾਈਫ ਵੱਲੋਂ, ਸਾਡੇ ਵੱਡੇ ਵੀਰ ਜਿਹੜੇ ਕੈਨੇਡਾ 'ਚ ਹੈ ਉਹਨਾਂ ਵੱਲੋਂ, ਸਾਰਿਆਂ ਵੱਲੋਂ ਥੋੜਾ ਥੋੜਾ ਸਹਿਯੋਗ ਤੇ ਪੂਰਾ ਰਹਿੰਦਾ ਹੈ। ਪਰ ਪਰਛਾਈ ਵਾਂਗੂ ਸਾਡੇ ਵੀਰ ਰੇਸ਼ਮ ਸਿੰਘ ਸੰਧੂ ਸਾਡੇ ਨਾਲ ਹਮੇਸ਼ਾ ਰਹਿੰਦੇ ਆ। ਇਸ ਕੰਮ ਦੇ ਪਿੱਛੇ ਜਿੰਨੀ ਤਾਕਤ ਸਾਡੀ ਲੱਗੀ ਹੈ ਉਨੀ ਹੀ ਤਾਕਤ ਸਾਡੇ ਵੱਡੇ ਵੀਰ ਰੇਸ਼ਮ ਸਿੰਘ ਸੰਧੂ ਦੀ ਲੱਗੀ ਹੈ। ਉਹ ਸ਼ਾਰੀਰਿਕ ਤੌਰ ਤੇ ਆਪਣਾ ਪੂਰਾ ਜ਼ੋਰ ਸਾਡੇ ਨਾਲ ਰੱਖਦੇ ਆ, ਤੇ ਬਾਕੀ ਜਿੰਨੇ ਵੀ ਮਾਨਸਿਕ ਤੌਰ ਤੋਂ, ਫਾਈਨੈਂਸ਼ੀਅਲ ਤੌਰ ਤੋਂ ਹੈ, ਉਹ ਸਾਰੇ ਅਰੇਂਜਮੈਂਟਸ ਸਾਡੇ ਵੱਲੋਂ ਹੋ ਜਾਂਦੇ ਆ। ਭਾਈ ਸਾਹਿਬ, ਜਿਵੇਂ ਤੁਸੀਂ ਸੇਵਾ ਕਾਰਜ ਕਰਦੇ ਹੋ, ਜਿਵੇਂ ਪੰਜਾਬ ਤੋਂ ਬਾਹਰ ਆਮ ਤੌਰ ਤੇ ਸਿੱਖਾਂ ਨੂੰ ਕਈ ਵਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਤਾਂ ਤੁਹਾਨੂੰ ਵੀ ਕਿਸੇ ਮੁਸ਼ਕਲ ਦਾ ਕੋਈ ਸਾਹਮਣਾ ਕਰਨਾ ਪਿਆ ਹੋਵੇ ਇਹਨਾਂ ਦਿਨਾਂ ਦੇ ਦੌਰਾਨ, ਲਾਕਡਾਊਨ ਦੇ ਦਿਨਾਂ ਦੌਰਾਨ? ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ। ਅਨਾਜ ਪ੍ਰੋਪਰ ਨਹੀਂ ਮਿਲ ਪੈਂਦਾ, ਲੋਕੀ, ਪ੍ਰਸ਼ਾਸਨ ਸਾਡੀ ਬਹੁਤ ਪੁੱਛਤਾਛ ਕਰਦਾ ਹੈ, ਸਾਡੀ ਪਹਿਰੀਦ ਨੂੰ ਲੈ ਕੇ ਬੜੀ ਪੁੱਛਤਾਛ ਹੁੰਦੀ ਹੈ, ਸਾਡੀ ਪੂਰੀ ਚੰਗੀ ਤਰ੍ਹਾਂ ਉਹ ਲੋਕ ਇੱਕ ਇੱਕ ਪੇਪਰ ਨੂੰ ਚੈੱਕ ਕਰਦੇ ਆ, ਸਾਡੇ ਗੱਡੀ ਦੇ ਰਾਸ਼ਨ ਨੂੰ, ਸਾਡੀ ਰਸਦ ਨੂੰ ਪੂਰਾ ਚੈੱਕ ਕਰਦੇ ਆ। ਯਾਨੀ ਪੁਲਿਸ ਵੱਲੋਂ, ਪ੍ਰਸ਼ਾਸਨ ਵੱਲੋਂ ਸਪੋਰਟ ਤੇ ਰਹਿੰਦਾ ਵਾ, ਪਰ ਫਿਰ ਵੀ ਕਿਤੇ ਨਾ ਕਿਤੇ ਸ਼ੱਕ ਦੀ ਨਜ਼ਰ ਜ਼ਰੂਰ ਸਾਡੇ ਉੱਤੇ ਰਹਿੰਦੀ ਹੈ। ਤੇ ਇਹ ਸਾਰੀਆਂ ਪਰੇਸ਼ਾਨੀਆਂ ਦੇ ਕਰਕੇ ਵੱਖ-ਵੱਖ ਜਗ੍ਹਾ ਤੇ ਬੇਟਾਈਮ ਸਾਨੂੰ ਪਹੁੰਚਣਾ ਵੀ ਪੈਂਦਾ, ਟਾਈਮ ਵੀ ਸਾਡਾ ਬਹੁਤ ਖਰਾਬ ਹੁੰਦਾ ਹੈ। ਸਾਡਾ ਜੋ ਟਾਰਗੇਟ ਹੈ ਪਰ ਡੇ ਦਾ 1500 ਕਿੱਟ ਦਾ ਹੈ, ਪਰ ਆ ਪੁੱਛਤਾਛ, ਆਪਣੇ ਆਪ ਦੀ ਪਛਾਣ ਦਿਖਾਉਣ ਦੇ ਵਿੱਚ ਹੀ ਸਾਡਾ ਕਾਫੀ ਟਾਈਮ ਵੇਸਟ ਹੋ ਜਾਂਦਾ ਔਰ ਅਸੀਂ 1000, 1200, 1300 ਕਿੱਟ ਹੀ ਪਹੁੰਚਾ ਪਾਉਨੇ ਆ। ਔਰ ਮੈਂ ਇਹੋ ਹੀ ਅਪੀਲ ਕਰਨਾ ਚਾਹੁੰਦਾ ਹੈ, ਦੇਸ਼ ਵਿਦੇਸ਼ਾਂ 'ਚ ਹਰ ਜਗ੍ਹਾ ਸਿੱਖ ਵੱਧ ਚੜ ਕੇ ਕੰਮ ਕਰ ਰਹੇ ਆ। ਸਾਡੀਆਂ ਸਰਕਾਰਾਂ ਵੀ ਇਦਾਂ ਨਹੀਂ ਹੈ ਕਿ ਸਰਕਾਰਾਂ ਵੀ ਸਪੋਰਟ ਕਰਦੀਆਂ, ਪਰ ਪ੍ਰਸ਼ਾਸਨ ਦੇ ਜਿਹੜੇ ਅਧਿਕਾਰੀ ਹੈ ਉਹਨਾਂ ਨੂੰ ਵੀ ਇਹ ਗਿਆਨ ਹੋਣਾ ਚਾਹੀਦਾ ਹੈ ਕਿ ਸਿੱਖ ਕਦੀ ਗਲਤ ਨਹੀਂ ਕਰ ਸਕਦੇ। ਸਿੱਖ ਜਿਹੜਾ ਸ਼ਬਦ ਹੈ ਇਹ ਮਨੁੱਖਤਾ ਦਾ, ਚੰਗਿਆਈਆਂ ਬੁਰੀਆਈਆਂ ਵਾਚੇ ਧਰਮ ਦੂਰ ਕਰਨੀ, ਆਪੋ ਆਪਣੀ ਕਹਿ ਨੇੜੇ ਕਹਿ ਦੂ।
ਹੁਣ ਚੰਗਿਆਈ ਤੇ ਚੰਗੇ ਦੇ ਪਿੱਛੇ ਵੀ ਹੈ ਔਰ ਬੁਰੀਆਈ ਵੀ ਹੈ। ਚੰਗੇ ਕੰਮ ਦੇ ਵੀ ਪੋਜ਼ਿਟਿਵ ਨੈਗੇਟਿਵਸ ਹੈ ਤੇ ਮਾੜੇ ਕੰਮ ਦੇ ਵੀ ਪੋਜ਼ਿਟਿਵ ਨੈਗੇਟਿਵਸ ਹੈ। ਤੇ ਹੋ ਸਕੇ ਤਦ ਤੱਕ ਸਾਨੂੰ ਚੰਗੀਆਂ ਨਜ਼ਰਾਂ ਨਾਲ ਦੇਖਣਗੇ, ਚੰਗੀ ਨਜ਼ਰ ਨਾਲ ਸਾਡੇ ਬਾਰੇ ਸੋਚਣਗੇ ਤੇ ਅਸੀਂ ਹੋਰ ਵੱਧ ਤੋਂ ਵੱਧ ਇਸ ਰਸਦ ਨੂੰ ਅਸੀਂ ਲੋਕਾਂ ਤੱਕ ਪਹੁੰਚਾ ਸਕਾਂਗੇ, ਲੋੜਵੰਦਾਂ ਤੱਕ ਪਹੁੰਚਾ ਸਕਾਂਗੇ। ਆਪ ਦੇ ਮਾਧਿਅਮ ਨਾਲ ਜੋ ਸਾਨੂੰ ਅੱਜ ਪ੍ਰਚਾਰ ਕਰਨ ਦਾ ਮੌਕਾ ਮਿਲਿਆ ਹੈ, ਅਸੀਂ ਚਾਹਾਂਗੇ ਕਿ ਸਰਕਾਰਾਂ ਤੱਕ ਇਹ ਆਵਾਜ਼ ਜਾਵੇ ਔਰ ਗੁਜਰਾਤ ਗਵਰਨਮੈਂਟ ਵੀ ਇਹ ਸਾਡੀ ਆਵਾਜ਼ ਨੂੰ ਸੁਣੇ ਔਰ ਸਾਨੂੰ ਆਉਣ ਵਾਲੇ ਸਮੇਂ ਤੇ ਜਿਹੜੀਆਂ ਪਰੇਸ਼ਾਨੀਆਂ ਹੁੰਦੀਆਂ ਉਹ 'ਚ ਸਾਨੂੰ ਪਰਮਿਟ ਕਰੇ। ਸਾਡੇ ਕੋਲ ਬਕਾਇਦਾ ਲਾਇਸੈਂਸ ਹੁੰਦਾ ਹੈ, ਪਾਸ ਹੁੰਦਾ ਹੈ, ਪੂਰੇ ਗੁਜਰਾਤ ਦਾ ਸਾਨੂੰ ਪਾਸ ਦਿੱਤਾ ਗਿਆ ਵਾ। ਉਹ 'ਚ ਕਈ ਪ੍ਰਸ਼ਾਸਨ ਦੇ ਵੱਡੇ ਅਧਿਕਾਰੀਆਂ ਨੇ ਸਾਡੀ ਕਾਫੀ ਮਦਦ ਵੀ ਕੀਤੀ ਹੈ ਤੇ ਜਿੱਦਾਂ ਉਹਨਾਂ ਨੇ ਸਾਡੀ ਮਦਦ ਕੀਤੀ, ਜਰੀਏ ਬਣੇ ਸਾਡੇ ਪ੍ਰਮਾਤਮਾ ਸਤਿਗੁਰਾਂ ਨੇ ਕਿਰਪਾ ਬਖਸ਼ੀ, ਇਦਾਂ ਪ੍ਰਸ਼ਾਸਨ ਹੋਰ ਸਾਡਾ ਵੱਧ ਚੜ ਕੇ ਸਾਥ ਦੇਵੇ ਤੇ ਜਿੰਨੇ ਲੋੜਵੰਦ ਹੈ ਉੱਥੋਂ ਤੱਕ ਅਸੀਂ ਇਹ ਸੁੱਕਾ ਰਾਸ਼ਨ ਪਹੁੰਚਾ ਸਕੀਏ। ਭਾਈ ਸਾਹਿਬ, ਤੁਸੀਂ ਬਾਰ-ਬਾਰ ਜ਼ਿਕਰ ਕਰ ਰਹੇ ਹੋ ਕਿ ਸਾਨੂੰ ਪ੍ਰੋਬਲਮ ਆਉਂਦੀ ਹੈ, ਕੋਈ ਘਟਨਾ ਤੁਸੀਂ ਸਾਂਝੀ ਕਰਨਾ ਚਾਹੋ ਜਿਹਦੇ ਕਰਕੇ ਤੁਹਾਡੇ ਦਿਲ ਵਿੱਚ ਇੰਨਾ ਰੋਸ ਭਰਿਆ ਹੋਇਆ ਹੈ? ਬਿਲਕੁਲ, 2 ਦਿਨ ਪਹਿਲਾਂ ਹੀ ਮੈਨੂੰ ਐਸਐਚਓ ਸਾਹਿਬ ਨੇ ਰੋਕਿਆ ਸੀਗਾ। ਇੱਕ ਹਿੰਮਤਨਗਰ ਤੋਂ ਮਜਰਾ ਦੀ ਚੌਕੀ ਪੈਂਦੀ ਹੈ, ਉਸ ਜਗ੍ਹਾ ਤੇ ਉਹਨਾਂ ਨੇ ਮੈਨੂੰ ਰੋਕਿਆ। ਉਹਨਾਂ ਨੇ ਪੁੱਛਤਾਛ ਕੀਤੀ ਕਿ ਤੁਹਾਡੇ ਕੋਲ ਲਾਇਸੈਂਸ ਹੈਗਾ ਵਾ ਗੁਜਰਾਤ ਦਾ ਪਾਸ? ਅਸੀਂ ਕਿਹਾ ਬਿਲਕੁਲ ਜੀ, ਸਾਡੇ ਕੋਲ ਗੁਜਰਾਤ ਦਾ ਪਾਸ ਹੈਗਾ। ਉਹਨਾਂ ਨੇ ਚੈੱਕ ਕੀਤਾ, ਉਹਨਾਂ ਨੇ ਚੈੱਕ ਕਰਨ ਦੇ ਬਾਅਦ ਕਿਹਾ ਇਹ ਵੈਲਿਡ 8 ਅਪ੍ਰੈਲ ਤੋਂ ਵੈਲਿਡ ਸੀ ਔਰ 14 ਅਪ੍ਰੈਲ ਤੱਕ ਇਹ ਵੈਲਿਡ ਸੀਗਾ। ਅਸੀਂ ਆਖਿਆ ਐਸ ਪਰ ਦ ਕਨਸਟੀਟਿਊਸ਼ਨ ਗਵਰਨਮੈਂਟ ਨੇ ਇਹਨੂੰ ਐਕਸਟੈਂਡ ਕਰਤਾ ਵਾ, ਜਿੰਨਾ ਲਾਕਡਾਊਨ ਪੀਰੀਅਡ ਵਧੇਗਾ ਆਟੋਮੈਟਿਕ ਐਕਸਟੈਂਡ ਹੋ ਜਾਏਗਾ। ਤੇ ਪੁਲਿਸ ਵਾਲਾ ਮੈਨੂੰ ਇਹ ਜਿਹੜੇ ਐਸਐਚਓ ਸਾਹਿਬ ਸੀ ਉਹਨਾਂ ਨੇ ਇਹ ਪ੍ਰਸ਼ਨ ਕੀਤਾ ਕਿ ਤੁਸੀਂ ਗਾਂਧੀ ਨਗਰ ਤੋਂ ਹਿੰਮਤਨਗਰ ਜਾ ਰਹੇ ਜੇ ਅਨਾਜ ਲੈਣ, ਤੇ ਮੈਨੂੰ ਸ਼ੱਕ ਜਿਹਾ ਹੋ ਰਿਹਾ ਹੈ ਕਿ ਤੁਸੀਂ ਕਿਤੇ ਕੋਈ ਗਲਤ ਕੰਮ ਤੇ ਨਹੀਂ ਕਰ ਰਹੇ। ਮੈਂ ਕਿਹਾ ਸਰ, ਅਗਰ ਤੁਹਾਨੂੰ ਮੇਰੇ ਤੇ ਕੋਈ ਸ਼ੱਕ ਹੈ ਤੇ ਤੁਸੀਂ ਮੇਰੇ ਪੇਪਰ ਕਾਰਵਾਈ ਸਾਰੀ ਤੁਸੀਂ ਮੇਰੀ ਚੈੱਕ ਕਰ ਸਕਦੇ ਜੇ। ਮੇਰੇ ਕੋਲ ਜੋ ਤੁਸੀਂ ਆਧਾਰ ਮੰਗਣਾ ਚਾਹੁੰਦੇ ਜੇ, ਆਧਾਰ ਕਾਰਡ, ਮੇਰਾ ਡਰਾਈਵਿੰਗ ਲਾਇਸੈਂਸ ਸਭ ਜਮ੍ਹਾਂ ਕਰ ਲਓ। ਹੋਰ ਫਿਰ ਵੀ ਤੁਹਾਡੇ ਮਨ 'ਚ ਕੋਈ ਸ਼ੱਕ ਹੈ ਤੇ ਮੈਂ ਅਨਾਜ ਲੈਣ ਦੇ ਬਾਅਦ ਆਪ ਜੀ ਨੂੰ ਇੱਥੇ ਪੂਰੀ ਗੱਡੀ ਚੈੱਕ ਕਰਾ ਕੇ ਮੈਂ ਜਾਊਂਗਾ। ਜਦ ਮੈਂ ਵਾਪਸ ਰਿਟਰਨ ਦੇ ਵਿੱਚ ਉਹਨਾਂ ਨੇ ਮੈਨੂੰ ਪਰਮਿਟ ਕਰਤਾ, ਠੀਕ ਹੈ ਤੁਸੀਂ ਜਾਓ। ਅਸੀਂ ਚੱਲ ਗਏ। ਰਿਟਰਨ ਦੇ ਵਿੱਚ ਅਸੀਂ ਉਹਨਾਂ ਕੋ ਆਏ, ਉਹਨਾਂ ਨੂੰ ਅਸੀਂ ਚੈੱਕ ਕਰਾਇਆ ਕਿ ਅਨਾਜ ਵਗੈਰਾ ਹੀ ਸਾਰੇ ਲੈ ਆਏ ਆ ਜੀ। ਉਹ ਕਹਿੰਦੇ ਸਰਦਾਰ ਜੀ ਆਪ ਸਮਾਰਟ ਬਣਨ ਦੀ ਕੋਸ਼ਿਸ਼ ਨਾ ਕਰੋ, ਸਾਨੂੰ ਸਾਰਾ ਪਤਾ ਹੈ ਕਿ ਸਰਦਾਰ ਕੀ ਕਰਦੇ ਆ, ਸਿੱਖ ਧਰਮ ਕੀ ਕਰਦਾ ਵਾ, ਤੁਹਾਨੂੰ ਕੀ ਲੋੜ ਹੈ ਸਾਰੇ ਲੋਕਾਂ ਨੂੰ ਸੇਵਾ ਦੇਣ ਦੀ, ਰਾਸ਼ਨ ਦੇਣ ਦੀ। ਮੈਂ ਕਿਹਾ ਦੇਖੋ ਜਿਹੜੇ ਐਸਐਚਓ ਸਾਹਿਬ ਸੀ, ਮੈਂ ਉਹਨਾਂ ਨੂੰ ਕਿਹਾ ਕਿ ਐਸਐਚਓ ਸਾਹਿਬ ਇਹ ਤਾਂ ਬੜੀ ਮਾੜੀ ਗੱਲ ਹੈ, ਤੁਸੀਂ ਆ ਜਿਹੜੇ ਸ਼ਬਦ ਯੂਜ਼ ਕਰ ਰਹੇ ਜੇ ਇਹ ਸੁਣਨ ਦੇ ਮਤਲਬ ਦੇ ਗੱਲ ਨਹੀਂ ਹੈਗੀ, ਇਹ ਤੁਸੀਂ ਬਿਲਕੁਲ ਗਲਤ ਵਿਚਾਰ ਸਾਨੂੰ ਦੇ ਰਹੇ ਜੇ ਤੇ ਕਿਰਪਾ ਕਰਕੇ ਆ ਸ਼ਬਦਾਂ ਦਾ ਉਪਯੋਗ ਨਾ ਕਰੋ ਕਿ ਬਈ ਤੁਸੀਂ ਸੇਵਾ ਨਾ ਕਰੋ। ਸਾਨੂੰ ਸੇਵਾ ਸਾਡੇ ਪਿਤਾ ਨੇ ਦਿੱਤੀ ਹੈ, ਸਾਡੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਪਹਿਲੀ ਪਾਤਸ਼ਾਹੀ ਤੋਂ ਲੈ ਕੇ 10ਵੀਂ ਪਾਤਸ਼ਾਹੀ ਨੇ ਦਿੱਤੀ ਹੈ। ਆਪ ਜੀ ਸਾਨੂੰ ਨਹੀਂ ਰੋਕ ਸਕਦੇ। ਜੇ ਫਿਰ ਵੀ ਆਪ ਦੀ ਰੋਕਣ ਦੀ ਸ਼ਮਤਾ ਹੈਗੀ ਹੈ ਤੇ ਆਪ ਸਾਨੂੰ ਲਿਖਿਤ ਆਰਡਰ ਦੇ ਦਿਓ ਕਿ ਬਈ ਆਪਨੇ ਕੱਲ ਤੋਂ ਕਿਸੇ ਵੀ ਜਗ੍ਹਾ ਤੇ ਕਿਸੇ ਵੀ ਸਿੱਖ ਨੇ ਸੇਵਾ ਕਰਨ ਦੀ ਲੋੜ ਨਹੀਂ ਹੈ। ਤੇ ਇਹ ਪੂਰੀ ਗੱਲ ਵੀਡੀਓ ਰਿਕਾਰਡਿੰਗ ਹੋ ਰਹੀ ਸੀ, ਗਵਰਨਮੈਂਟ ਦੇ ਕੈਮਰੇ 'ਚ ਵੀਡੀਓ ਰਿਕਾਰਡਿੰਗ ਹੋ ਰਹੀ ਸੀਗੀ ਤੇ ਉਹਨਾਂ ਨੇ ਤੁਰੰਤ ਕਹਿਤਾ ਕਿ ਇਹਨਾਂ ਤੇ ਕੇਸ ਦਾਖਲ ਕਰ ਦਿਓ। ਐਸਐਚਓ ਸਾਹਿਬ ਦੀ ਈਗੋ ਨੂੰ ਹਟ ਹੋਇਆ ਤੇ ਮੈਂ ਕਿਹਾ ਸਾਹਿਬ ਇਹ ਤੇ ਤੁਸੀਂ ਆਪਣੀ ਪਾਵਰ ਦਾ ਔਰ ਆਪਣੀ ਕਲਮ ਦਾ ਫਾਇਦਾ ਚੁੱਕ ਰਹੇ ਜੇ, ਔਰ ਫਿਰ ਵੀ ਕੋਈ ਗੱਲ ਨਹੀਂ, ਜੇ ਪਰਮਾਤਮਾ ਨੂੰ ਇਹੋ ਹੀ ਮਨਜ਼ੂਰ ਹੈ ਕਿਸੇ ਸਿੱਖ ਦੀ ਸੁੱਚੀ ਸੇਵਾ ਦਾ ਤੇ ਕੋਈ ਗੱਲ ਨਹੀਂ, ਮੇਰੇ ਸਤਿਗੁਰੂ ਸੁਣ ਰਹੇ ਆ। ਮੇਰਾ ਪਿਤਾ ਬਾਲ ਪ੍ਰੀਤਮ ਗੁਰੂ ਗੋਬਿੰਦ ਸਿੰਘ ਜੀ ਗਟ ਗਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਨਤ, ਤੇ ਆਪ ਆਪਣੀ ਕਾਰਵਾਈ ਸ਼ੁਰੂ ਕਰੋ ਜੀ। ਉਸੇ ਦੌਰਾਨ ਮੈਨੂੰ ਹੈਲਥ ਕਮਿਸ਼ਨਰ ਵੀਜੀ ਵੰਜਾਰਾ ਸਾਹਿਬ ਦਾ ਫੋਨ ਆਇਆ ਕਿ ਗੁਰਪ੍ਰੀਤ ਸਿੰਘ ਮੈਨੂੰ ਥੋੜਾ ਪਰਸਨਲੀ ਤੁਹਾਡਾ ਕੋਈ ਕੰਮ ਸੀਗਾ। ਮੈਂ ਕਿਹਾ ਸਾਹਿਬ ਹੁਣੇ ਤੇ ਮੈਂ ਕਰ ਨਹੀਂ ਸਕਦਾ, ਮੈਨੂੰ ਇਦਾਂ ਪੁਲਿਸ ਨੇ ਮੇਰੇ ਤੇ ਕੇਸ ਕਰ ਰਹੀ ਹੈ। ਉਹਨਾਂ ਨੇ ਕਿਹਾ ਕੀ ਗੱਲ ਬਣੀ? ਮੈਂ ਕਿਹਾ ਇਦਾਂ ਮੇਰੀ ਪੁੱਛਤਾਛ ਕਰ ਰਹੇ ਸੀ ਤੇ ਮੈਂ ਉਹਨਾਂ ਨੂੰ ਕਿਹਾ ਕਿ ਆ ਤੁਹਾਡੇ ਪ੍ਰਸ਼ਨ ਕਰਨ ਦਾ ਸਹੀ ਤਰੀਕਾ ਨਹੀਂ ਹੈ, ਤਹਿਜ਼ੀਬ ਨਾਲ ਗੱਲ ਕਰਨੀ ਚਾਹੀਦੀ ਹੈ, ਅਸੀਂ ਵੀ ਸਿੱਖ ਕੌਮ ਦੇ ਵਾਰਿਸ ਹਾਂ, ਆਪ ਜੀ ਸਾਡੇ ਨਾਲ ਇਦਾਂ ਗੱਲ ਨਹੀਂ ਕਰ ਸਕਦੇ। ਤੇ ਉਹਨਾਂ ਨੇ ਕਿਹਾ ਕੋਈ ਗੱਲ ਨਹੀਂ, ਅਧਿਕਾਰੀ ਨਾਲ ਸਾਡੀ ਗੱਲ ਕਰਾਓ। ਤਾਂ ਅਧਿਕਾਰੀ ਨਾਲ ਸਾਡੀ ਉਹਨਾਂ ਨੇ ਗੱਲ ਕਰਨਾ ਚਾਹਿਆ, ਅਧਿਕਾਰੀ ਨੇ ਕਹਿਤਾ ਨਹੀਂ ਅਸੀਂ ਕਿਸੇ ਨਾਲ ਗੱਲ ਨਹੀਂ ਕਰਾਂਗੇ, ਸਾਡੇ ਲਈ ਕੋਈ ਕਿਸੇ ਨਾਲ ਗੱਲ ਕਰਨ ਦਾ ਸਾਡੇ ਕਲੈਕਟਰ ਸਾਹਿਬ ਨੇ ਆਰਡਰ ਨਹੀਂ ਦਿੱਤਾ, ਅਸੀਂ ਕਿਸੇ ਨਾਲ ਗੱਲ ਨਹੀਂ ਕਰਾਂਗੇ, ਅਸੀਂ ਤੁਹਾਡੇ ਤੇ ਕੇਸ ਕਰਾਂਗੇ। ਉਹਦੇ ਬਾਅਦ ਕਾਫੀ ਤਬਦੀਸ਼ ਹੋਈ, ਐਸਡੀਐਮ ਸਾਹਿਬ ਆਏ, ਕਲੈਕਟਰ ਸਾਹਿਬ ਦਾ ਜੋੜਨਾ ਹੋਇਆ, ਐਸਡੀਐਮ ਸਾਹਿਬ ਨੂੰ ਫੋਨ ਕੀਤਾ ਹੋਏਗਾ ਐਸਡੀਐਮ ਸਾਹਿਬ ਦਾ, ਫਿਰ ਤਲਾਟੀ ਸਾਹਿਬ ਨੂੰ ਫੋਨ ਆਇਆ ਜਿਹੜੇ ਉੱਥੇ ਬੈਠੇ ਸੀ ਪ੍ਰਸ਼ਾਸਨ ਦੇ, ਉਹਨਾਂ ਨੇ ਕਿਹਾ ਕਿ ਇਹਨਾਂ ਨੂੰ ਛੱਡ ਦਿੱਤਾ ਜਾਵੇ। ਇਹ ਸਰਦਾਰ ਜੀ ਨੂੰ ਅਸੀਂ ਚੰਗੀ ਤਰ੍ਹਾਂ ਜਾਣਦੇ ਆ, ਇਹ ਬੜੀ ਸੁੱਚੀ ਸਾਫ਼ ਸੇਵਾ ਕਰਨ ਵਾਲੇ ਆ, ਤੁਸੀਂ ਜੋ ਵੀ ਕੀਤਾ ਇਹ ਗਲਤ ਕੀਤਾ ਹੈ, ਤੁਸੀਂ ਇਹ ਤੁਹਾਨੂੰ ਇਹਨਾਂ ਨਾਲ ਗੱਲਬਾਤ ਇਦਾਂ ਦੀ ਨਹੀਂ ਕਰਨੀ ਚਾਹੀਦੀ ਸੀ ਜੀ। ਪਰ ਪ੍ਰਸ਼ਾਸਨ ਦੇ ਜਿਹੜੇ ਲੋਕੀ ਬੈਠੇ ਸੀਗੇ ਸਿਵਲ, ਉਹਨਾਂ ਨੇ ਤੇ ਫਿਰ ਵੀ ਇਸ ਚੀਜ਼ ਨੂੰ ਮੰਨਿਆ ਕਿ ਚਲੋ ਕੋਈ ਗੱਲ ਨਹੀਂ, ਪਰ ਪੁਲਿਸ ਵਾਲਾ ਜਿਹੜਾ ਐਸਐਚਓ ਸਾਹਿਬ ਸੀ ਉਹ ਮੰਨਣ ਨੂੰ ਤਿਆਰ ਨਹੀਂ ਸੀ। ਉਹ ਕਹਿੰਦੇ ਨਹੀਂ ਸਰਦਾਰ ਜੀ ਅਸੀਂ ਤੇ ਕੇਸ ਕਰਾਂਗੇ ਆਪ ਜੀ ਤੇ। ਉਸੇ ਦੌਰਾਨ ਫਿਰ ਐਸਡੀਐਮ ਸਾਹਿਬ ਨੇ ਉਹਨਾਂ ਨਾਲ ਗੱਲ ਕੀਤੀ, ਰਿਕੁਐਸਟ ਕੀਤੀ ਆਪ ਜੀ ਇਦਾਂ ਨਾ ਕਰੋ, ਉਹ ਬੜੇ ਸਾਫ਼ ਸੁਥਰੀ ਬੜੀ ਸੁੱਚੀ ਸੇਵਾ ਕਰਦੇ ਆ,
ਆਪ ਜਿਹੜਾ ਕੰਮ ਕਰ ਰਹੇ ਜੇ ਗਲਤ ਕਰ ਰਹੇ ਜੇ, ਆਪ ਇਮੀਡੀਏਟਲੀ ਉਹਨਾਂ ਨੂੰ ਛੱਡਣ ਦੀ ਕੋਸ਼ਿਸ਼ ਕਰੋ। ਤੇ ਕਾਫੀ ਤਕਲੀਫਾਂ ਦੇ ਬਾਅਦ ਫਿਰ ਉਹਨਾਂ ਨੇ ਸਾਨੂੰ ਛੱਡਿਆ। ਸਾਡਾ ਕਰੀਬਨ 1.5 ਘੰਟਾ ਉਸ ਗੱਲਾਂ ਦੇ ਪਿੱਛੇ ਖਰਾਬ ਹੋਇਆ। ਉਸ ਦਿਨ ਸਾਡੀਆਂ ਘੱਟ ਤੋਂ ਘੱਟ ਵੀ 900 ਕਿੱਟਾਂ ਹੀ ਅਸੀਂ ਵੰਡ ਸਕੇ, 600 ਕਿੱਟਾਂ ਸਾਡੀਆਂ ਟੁੱਟ ਗਈਆਂ। ਰਾਤ ਨੂੰ 12-1 ਵਜੇ ਤੱਕ ਅਸੀਂ ਵਾਪਸ ਆ ਸਕਿਆ। ਲੋਕਡਾਊਨ ਦੇ ਪੀਰੀਅਡ 'ਚ ਭੈਣੇ ਆਪ ਨੂੰ ਪਤਾ ਵਾ ਜਿਵੇਂ ਕਿੰਨਾ ਮੁਸ਼ਕਿਲ ਹੋ ਜਾਂਦਾ ਹੈ ਕਿ ਅਨਾਜ ਨੂੰ ਲੈ ਕੇ ਆਉਣਾ ਔਰ ਅਨਾਜ ਨੂੰ ਸਹੀ ਇਨਸਾਨ ਤੱਕ ਪਹੁੰਚਾਉਣਾ, ਘਰ ਘਰ ਵੱਖ-ਵੱਖ ਜਗ੍ਹਾ ਤੇ ਪਹੁੰਚਾਉਣਾ। ਜੀ ਬਿਲਕੁਲ ਬਿਲਕੁਲ ਭਾਈ ਸਾਹਿਬ, ਤੁਸੀਂ ਜਿਹੜੀ ਘਟਨਾ ਦੱਸੀ ਹੈ ਸੱਚਮੁੱਚ ਜਿਹੜਾ ਹੈ ਇਹਦੇ ਨਾਲ ਮਨ ਵਿੱਚ ਰੋਸ ਤਾਂ ਪੈਦਾ ਹੁੰਦਾ ਹੈ ਜਦੋਂ ਕੋਈ ਇਨਸਾਨ ਜਿਹੜਾ ਨਿਰਸਵਾਰਥ ਹੋ ਕੇ ਮਨੁੱਖਤਾ ਦੀ ਸੇਵਾ ਕਰਨੀ ਚਾਹਵੇ ਤਾਂ ਉਸਨੂੰ ਜਦੋਂ ਕਿਸੇ ਦਿੱਕਤ ਦਾ ਸਾਹਮਣਾ ਕਰਨਾ ਪਵੇ ਤਾਂ ਅਸੀਂ ਆਸ ਕਰਦੇ ਹਾਂ ਕਿ ਪੂਰੇ ਭਾਰਤ ਦੇ ਵਿੱਚ, ਹੁਣ ਤਾਂ ਪੂਰੀ ਦੁਨੀਆ ਦੇ ਵਿੱਚ ਹੀ ਜਿਹੜਾ ਹੈ ਲੋਕ ਸਿੱਖਾਂ ਦਾ ਸਿੱਖਾ ਮੰਨ ਰਹੇ ਨੇ, ਕਿਉਂਕਿ ਆਪਣੀ ਸੇਵਾ ਕਾਰਜਾਂ ਕਰਕੇ ਜਿਹੜੇ ਲੋੜਵੰਦਾਂ ਤੱਕ ਸਿੱਖ ਪਹੁੰਚ ਰਿਹਾ ਹੈ। ਤੇ ਭਾਰਤ ਵੱਲੋਂ ਵੀ ਜਿਹੜਾ ਹੈ ਭਾਰਤ ਸਰਕਾਰ ਵੀ ਸਹਿਯੋਗ ਕਰੇ, ਹਰ ਇੱਕ ਸੂਬਾ ਸਹਿਯੋਗ ਕਰੇ ਤੇ ਇਸ ਪ੍ਰਕਾਰ ਸਿੱਖਾਂ ਨੂੰ ਘੱਟੋ ਘੱਟ ਸ਼ੱਕ ਦੀ ਨਜ਼ਰ ਨਾਲ ਦੇਖਿਆ ਜਾਵੇ। ਧੰਨਵਾਦ ਤੁਹਾਡਾ, ਤੁਸੀਂ ਸਾਡੇ ਨਾਲ ਜੁੜੇ ਜੀ। ਮੈਂ ਆਪਣਾ ਇੱਕ ਛੋਟੀ ਜੀ ਗੱਲ ਸਾਂਝ ਕਰਨਾ ਚਾਹੁੰਦਾ ਹੈ, ਪਰ ਅਸੀਂ ਗੁਰਸਿੱਖੀ ਨੂੰ ਮੰਨਣ ਵਾਲੇ ਗੁਰੂ ਮਹਾਰਾਜ ਦੇ ਵਾਰਿਸ ਹੈ। ਅਸੀਂ ਆਉਣ ਵਾਲੀ ਪਨੀਰੀ ਹੈ ਸਾਡੀ, ਜਿਹੜੇ ਬੱਚੇ ਆ। ਤੇ ਜਿਹੜੇ ਪੁਲਿਸ ਇੰਸਪੈਕਟਰ SHO ਸਾਹਿਬ ਨੇ ਸਾਨੂੰ ਫੜਿਆ ਸੀਗਾ, ਵਿਜੇ ਚੌਧਰੀ, ਉਹਨਾਂ ਨੇ ਸਾਨੂੰ ਇਹ ਕਿਹਾ ਕਿ ਗੁਰਪ੍ਰੀਤ ਸਿੰਘ ਤੁਹਾਡੀ ਸੇਵਾ ਸਫਲ ਹੋ ਚੁੱਕੀ ਹੈ। ਮੈਂ ਕਿਹਾ ਜੇ ਸਾਡੇ ਗੁਰੂਆਂ ਦੀ ਸੇਵਾ 2 ਮਿੰਟ 'ਚ ਸਫਲ ਹੋ ਗਈ ਹੈ ਤੇ ਸਾਹਿਬ ਆਪ ਤੇ ਕਹਿ ਰਹੇ ਸੀਗੇ ਆਪ ਨੂੰ ਸਰਦਾਰ ਜੀ ਅਸੀਂ ਛੱਡਾਂਗੇ ਨਹੀਂ। ਤੇ ਗੁਰੂ ਜਿਹੜੀ ਸਿੱਖਾਂ ਦੀ ਸੇਵਾ ਹੈ ਉਹਦਾ ਮੁੱਲ ਬਹੁਤ ਵੱਡਾ ਵਾ। ਤੇ ਇਹੀ ਸਾਡੀ ਉਮੀਦ ਹੈ ਕਿ ਅੱਗੇ ਸਾਨੂੰ ਪ੍ਰਸ਼ਾਸਨ ਕਦੀ ਤੰਗ ਨਾ ਕਰੇ, ਪਰੇਸ਼ਾਨ ਨਾ ਕਰੇ, ਸਾਨੂੰ ਆਪਣਾ ਕੰਮ ਕਰ ਲੈਣ ਦੇਵੇ, ਮਨੁੱਖਤਾ ਦੀ ਸੇਵਾ ਕਰ ਲੈਣ ਦੇਵੇ। ਅਸੀਂ ਜਾਨਵਰਾਂ ਦੀ ਬਹੁਤ ਸੇਵਾ ਕਰ ਰਹੇ ਹਾਂ, ਮਨੁੱਖਤਾ ਦੀ ਵੀ ਸੇਵਾ ਕਰਨ ਦੀ ਦਾਸ ਕੋਸ਼ਿਸ਼ ਕਰ ਰਹੇ ਹਾਂ। ਔਰ ਆਪਦੇ ਚੜ੍ਹਦੀ ਕਲਾ ਦੇ ਮਾਧਿਅਮ ਨਾਲ ਸਾਨੂੰ ਆ ਮੌਕਾ ਮਿਲਿਆ। ਦਰਦੀ ਸਾਹਿਬ ਦੇ ਅਸੀਂ ਸ਼ੁਕਰਾਨ ਕਰਦੇ ਹਾਂ, ਬਹੁਤ ਸ਼ੁਕਰੀਆ ਕਰਦੇ ਹਾਂ ਕਿ ਉਹਨਾਂ ਦੇ ਮਾਧਿਅਮ ਨਾਲ ਸਾਨੂੰ ਆ ਗੱਲ ਕਰਨ ਦਾ ਮੌਕਾ ਮਿਲਿਆ। ਵਾਹਿਗੁਰੂ ਜੀ। ਧੰਨਵਾਦ ਭਾਈ ਸਾਹਿਬ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਦਰਸ਼ਕਾਂ ਦਾ ਵੀ ਦੇਖਣ ਦੇ ਲਈ ਪ੍ਰੋਗਰਾਮ। ਹੁਣ ਮੈਨੂੰ ਦਿਓ ਆਗਿਆ। ਸਤਿ ਸ੍ਰੀ ਅਕਾਲ ਜੀ।